ਮੇਰਾ ਨਾਮ ਨੀਸ਼ਾ ਹੈ ਅਤੇ ਮੈਂ ਇੱਕ ਮਹਿਲਾ ਪੁਲਿਸ ਹਾਂ। ਤੁਸੀਂ ਜਾਣਦੇ ਹੋ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਦਾਈ ਦੀ ਗੋਦ 'ਚ ਬੈਠਣ ਨਾਲ ਗਰਭਵਤੀ ਔਰਤ ਦੇ ਪੇਟ 'ਚ ਪਲ ਰਿਹਾ ਬੱਚਾ ਕੁੜੀ ਹੈ ਤਾਂ ਮੁੰਡਾ ਬਣ ਜਾਂਦਾ ਹੈ। ਇਹ ਕਹਾਣੀ ਕਾਸਗੰਜ ਦੇ ਇੱਕ ਪਿੰਡ ਦੀ ਹੈ ਜਿੱਥੇ 5 ਮਿੰਟ ਤੱਕ ਦਾਈ ਦੀ ਗੋਦ ਵਿੱਚ ਬੈਠਣਾ ਇੱਕ ਕੁੜੀ ਨੂੰ ਲੜਕੇ ਵਿੱਚ ਬਦਲ ਦਿੰਦਾ ਹੈ। ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਵੋਗੇ। ਕਾਸਗੰਜ ਦੇ ਇਸ ਪਿੰਡ ਦੀ ਇਹ ਸੱਚੀ ਕਹਾਣੀ ਹੈ। ਮੇਰਾ ਨਾਮ ਨੀਸ਼ਾ ਹੈ। ਮੈਂ ਇੱਕ ਪਿੰਡ ਦੇ ਰਹਿਣ ਵਾਲੀ ਹਾਂ। ਮੇਰੇ ਪਿਤਾ ਜੀ ਨੇ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲ੍ਹੀ ਹੋਈ ਸੀ। ਮੇਰੀ ਮਾਂ ਇੱਕ ਦਾਈ ਸੀ। ਉਹ ਪੂਰੇ ਪਿੰਡ ਦੀਆਂ ਔਰਤਾਂ ਦੇ ਬੱਚਿਆਂ ਨੂੰ ਜਨਮ ਦਿੰਦੀ ਸੀ ਅਤੇ ਬਦਲੇ ਵਿੱਚ ਕਦੇ ਕਿਸੇ ਦੇ ਘਰੋਂ ਆਟਾ ਲੈਂਦੀ ਸੀ, ਕਿਸੇ ਦੇ ਘਰੋਂ ਚੌਲ ਅਤੇ ਕਿਸੇ ਦੇ ਘਰੋਂ ਪੈਸੇ। ਇਸ ਤਰ੍ਹਾਂ ਮੇਰੇ ਮਾਤਾ ਪਿਤਾ ਦੋਵੇਂ ਇਕੱਠੇ ਪੈਸੇ ਕਮਾ ਰਹੇ ਸਨ ਅਤੇ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਅਸੀਂ 3 ਭੈਣਾਂ ਅਤੇ 2 ਭਰਾ ਸੀ ਅਤੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ। ਸਾਡੇ ਹਾਲਾਤ ਸ਼ਾਇਦ ਸਾਰੀ ਜ਼ਿੰਦਗੀ ਅਜੇ ਹੀ ਰਹਿੰਦੇ ਜੇ ਪਿਤਾ ਜੀ ਨੂੰ ਆਪਣੇ ਦਾਦੇ ਕੋਲੋਂ ਜ਼ਮੀਨ ਦਾ ਹਿੱਸਾ ਨਾ ਮਿਲਦਾ। ਸਾਨੂੰ ਦਾਦਾ ਜੀ ਪਾਸੋਂ ਚੰਗੀ ਜ਼ਮੀਨ ਮਿਲ ਗਈ ਸੀ। ਪਿਤਾ ਅਤੇ ਭਰਾ ਦਾ ਇਰਾਦਾ ਸੀ ਇਸ ਜ਼ਮੀਨ ਵਿੱਚ ਫਸਲਾਂ ਉਗਾਈਆਂ ਜਾਣ ਅਤੇ ਇਸ ਨੂੰ ਖੇਤ ਦਾ ਰੂਪ ਦਿੱਤਾ ਜਾਵੇ। ਪਰ ਮੇਰੀ ਮਾਂ ਨੇ ਕਿਹਾ ਕਿ ਜ਼ਮੀਨ ਵੇਚ ਕੇ ਸ਼ਹਿਰ ਜਾ ਕੇ ਕੋਈ ਕਾਰੋਬਾਰ ਸ਼ੁਰੂ ਕਰਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਈ ਜਾਵੇ। ਮਾਂ ਦਾ ਵੱਡਾ ਸ਼ੌਂਕ ਸੀ ਕਿ ਸਾਡੇ ਵਿੱਚੋਂ ਇੱਕ ਡਾਕਟਰ ਬਣੇ। ਕਹਿੰਦੀ ਸੀ ਕਿ ਮੇਰੇ ਕੋਲ ਤਾਂ ਸਿਰਫ ਇਹੀ ਦਾਈ ਵਾਲਾ ਹੁਨਰ ਹੀ ਹੈ ਜੋ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਦਾਈ ਬਣੇ। ਅਸੀਂ ਸਭ ਕੁਝ ਵੇਚ ਦਿੱਤਾ ਅਤੇ ਮਾਂ ਦੀ ਇੱਛਾ ਤੇ ਸ਼ਹਿਰ ਆ ਗਏ। ਇੱਥੇ ਪਿਤਾ ਜੀ ਨੇ ਇੱਕ ਵੱਡਾ ਜਨਰਲ ਸਟੋਰ ਖੋਲ੍ਹ ਲਿਆ ਅਤੇ ਭਰਾ ਸਕੂਲ ਤੋਂ ਆ ਕੇ ਸਟੋਰ ਵਿੱਚ ਪਾਪਾ ਜੀ ਨਾਲ ਬੈਠ ਜਾਂਦੇ। ਪਰਮਾਤਮਾ ਨੇ ਸਾਡੇ ਕੰਮ ਵਿੱਚ ਬਹੁਤ ਤਰੱਕੀ ਦਿੱਤੀ ਅਤੇ ਸਾਡੇ ਹਾਲਾਤ ਹੌਲੀ-ਹੌਲੀ ਸੁਧਰਨ ਲੱਗੇ। ਘਰ ਵਿੱਚ ਸਾਰੀਆਂ ਖੁਸ਼ੀਆਂ ਵਾਪਸ ਆ ਗਈਆਂ ਅਤੇ ਘਰ ਦੇ ਖਰਚੇ ਵਿੱਚ ਹੀ ਹਰ ਚੀਜ਼ ਦੀ ਸਹੂਲਤ ਮਿਲਣ ਲੱਗੀ। ਮੈਨੂੰ ਪੁਲਿਸ ਵਿੱਚ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ। ਮੈਂ ਸੋਚਿਆ ਕਿ ਹੋਰ 2 ਭੈਣਾਂ ਵਿੱਚੋਂ ਕੋਈ ਵੀ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਤਿਆਰ ਹੋ ਸਕਦੀਆਂ ਹਨ ਜੋ ਡਾਕਟਰ ਬਣ ਜਾਏ। ਇਸੇ ਲਈ ਮੈਂ ਆਪਣਾ ਪੂਰਾ ਧਿਆਨ ਪੁਲਿਸ ਦੀ ਨੌਕਰੀ ਹਾਸਿਲ ਕਰਨ ਵਿੱਚ ਲਾਇਆ ਹੋਇਆ ਸੀ। ਇਸ ਲਈ ਹਰ ਰੋਜ਼ ਸਵੇਰੇ ਮੈਂ ਅਤੇ ਮੇਰੀ ਮਾਂ ਸੈਰ ਕਰਨ ਜਾਂਦੇ ਸੀ। ਮੇਰੀ ਮਾਂ ਉੱਥੇ ਬੈਠ ਜਾਂਦੀ ਅਤੇ ਮੈਂ ਦੌੜਨ ਦਾ ਅਭਿਆਸ ਕਰ। ਇੱਕ ਦਿਨ ਅਸੀਂ ਪਾਰਕ ਤੱਕ ਪਹੁੰਚੇ ਹੀ ਸੀ ਕਿ ਇੱਕ ਥਾਂ ਔਰਤ ਦਾ ਗਰੁੱਪ ਦੇਖਿਆ। ਜਦੋਂ ਅਸੀਂ ਅੱਗੇ ਵਧੇ ਤਾਂ ਪਤਾ ਲੱਗਾ ਕਿ ਇੱਕ ਗਰਭਵਤੀ ਔਰਤ ਆਪਣੀ ਸੱਸ ਨਾਲ ਸੈਰ ਲਈ ਆਈ ਹੋਈ ਸੀ। ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਦਰਦ ਨਾਲ ਚੀਕਣ ਲੱਗੀ। ਸ਼ਾਇਦ ਉਸ ਦੇ ਬੱਚੇ ਦਾ ਜਨਮ ਦਾ ਸਮਾਂ ਆ ਗਿਆ ਸੀ। ਮਾਂ ਇੱਕ ਤਜਰਬੇਦਾਰ ਦਾਈ ਸੀ। ਮਾਂ ਤੁਰੰਤ ਭੱਜ ਕੇ ਆਈ ਤੇ ਕਹਿਣ ਲੱਗੀ ਕਿ ਬੱਚੀ ਨੂੰ ਹਸਪਤਾਲ ਲਿਜਾਣ ਦਾ ਸਮਾਂ ਨਹੀਂ ਹੈ। ਉਸੇ ਵੇਲੇ ਮੈਨੂੰ ਘਰ ਵੱਲ ਨੂੰ ਭਜਾਇਆ ਤੇ ਕਿਹਾ, ਜਾਓ ਮੇਰਾ ਬੈਗ ਚੁੱਕ ਕੇ ਲਿਆਓ। ਸਾਡਾ ਘਰ ਪਾਰਕ ਦੇ ਨੇੜੇ ਸੀ, ਇਸ ਲਈ ਮੈਂ ਘਰ ਵੱਲ ਭੱਜੀ ਅਤੇ 5 ਮਿੰਟਾਂ ਵਿੱਚ ਆਪਣੀ ਮਾਂ ਦਾ ਬੈਗ ਲੈ ਆਈ। ਮਾਂ ਨੇ 1-2 ਔਰਤਾਂ ਨੂੰ ਚਾਦਰ ਦੇ ਕੇ ਪਰਦਾ ਕੀਤਾ ਅਤੇ ਬੱਚੇ ਨੂੰ ਜਨਮ ਦਿਵਾਉਣ ਲੱਗੀ। ਉਸ ਦੀ ਸੱਸ ਘਬਰਾ ਗਈ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਔਰਤ ਨੂੰ ਕੀ ਦਿਲਾਸਾ ਦੇਵਾਂ, ਪਰ ਉਸ ਦਾ ਹੱਥ ਫੜ ਕੇ ਕਿਹਾ, ਚਿੰਤਾ ਨਾ ਕਰੋ, ਸਭ ਕੁਝ ਠੀਕ ਹੋ ਜਾਵੇਗਾ। ਮੇਰੀ ਮਾਂ ਪਿੰਡ ਦੀ ਮਸ਼ਹੂਰ ਦਾਈ ਹੈ ਅਤੇ ਤੁਹਾਨੂੰ ਬਹੁਤ ਜਲਦੀ ਤੁਹਾਡਾ ਪੋਤਾ ਮਿਲ ਜਾਵੇਗਾ। ਸਾਰੀਆਂ ਔਰਤਾਂ ਉੱਥੇ ਬੈਠੀਆਂ ਰਹੀਆਂ ਅਤੇ ਕੁਝ ਦੇਰ ਬਾਅਦ ਮੇਰੀ ਮਾਂ ਨੇ ਉਸ ਦਾ ਪੋਤਾ ਉਸ ਦੀ ਗੋਦ ਵਿੱਚ ਦਿੱਤਾ। ਫਿਰ ਖੁਸ਼ੀ ਨਾਲ ਉਸਨੇ ਮੇਰੀ ਮਾਂ ਨੂੰ ਗਲੇ ਲਗਾ ਲਿਆ ਅਤੇ ਕਹਿਣ ਲੱਗੀ, ਮੈਨੂੰ ਉਮੀਦ ਨਹੀਂ ਸੀ ਕਿ ਮੇਰੀ ਨੂੰਹ ਦੀ ਨਾਰਮਲ ਡਿਲੀਵਰੀ ਹੋਵੇਗੀ, ਉਹ ਵੀ ਇੱਥੇ ਇਸ ਪਾਰਕ ਵਿੱਚ। ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਕਿਤੇ ਉਹ ਸੁਪਨਾ ਤਾਂ ਨਹੀਂ ਦੇਖ ਰਹੀ। ਮੈਂ ਸੈਰ ਲਈ ਇਸ ਪਾਰਕ ਵਿੱਚ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਕਿ ਬਾਹਰ ਜਾਵਾਂਗੇ ਤਾਂ ਕੁਝ ਸ਼ਾਂਤੀ ਮਿਲੇ। ਜੇਕਰ ਤੁਸੀਂ ਬਾਹਰ ਦੀ ਹਵਾ ਲਵੋਗੇ ਤਾਂ ਇਸ ਬੱਚੇ ਦੀ ਸਿਹਤ ਤੇ ਵੀ ਚੰਗਾ ਅਸਰ ਪਵੇਗਾ। ਪਰ ਇੱਥੇ ਤਾਂ ਨੂੰਹ ਦੇ ਦਰਦ ਸ਼ੁਰੂ ਹੋ ਗਏ। ਇਹ ਸਭ ਦੇਖ ਕੇ ਮੈਂ ਬਹੁਤ ਪਰੇਸ਼ਾਨ ਸੀ, ਪਰ ਤੁਸੀਂ ਮੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ ਹਨ। ਡਾਕਟਰ ਨੇ ਮੇਰੀ ਨੂੰਹ ਦਾ ਆਪਰੇਸ਼ਨ ਕਰਨ ਲਈ ਕਿਹਾ ਅਤੇ ਅਸੀਂ ਆਪਣੀ ਨੂੰਹ ਨੂੰ ਸ਼ਹਿਰ ਵਿੱਚ ਕਿਸੇ ਹੋਰ ਡਾਕਟਰ ਕੋਲ ਡਿਲੀਵਰੀ ਲਈ ਲੈ ਕੇ ਜਾਣ ਵਾਲੇ ਸੀ। ਉਸ ਔਰਤ ਨੇ ਸਾਡੇ ਕੋਲੋਂ ਸਾਡਾ ਪਤਾ ਲੈ ਲਿਆ ਅਤੇ ਆਪਣੇ ਡਰਾਈਵਰ ਨੂੰ ਬੁਲਾਇਆ ਅਤੇ ਆਪਣੀ ਨੂੰਹ ਅਤੇ ਪੋਤੇ ਨੂੰ ਲੈ ਕੇ ਚਲੀ ਗਈ। 1 ਹਫ਼ਤੇ ਬਾਅਦ ਉਹੀ ਔਰਤ ਆਪਣੀ ਧੀ ਨਾਲ ਸਾਡੇ ਘਰ ਆਈ ਅਤੇ ਸਾਡੇ ਲਈ ਬਹੁਤ ਸਾਰੀਆਂ ਮਠਿਆਈਆਂ ਅਤੇ ਫਲ ਲੈ ਕੇ ਆਈ। ਉਹ ਮਾਂ ਦਾ ਧੰਨਵਾਦ ਕਰਨ ਆਈ ਸੀ
ਅਤੇ ਆਪਣੇ ਪੁੱਤਰ ਲਈ ਮੇਰਾ ਰਿਸ਼ਤਾ ਵੀ ਲੈ ਕੇ ਆਈ ਸੀ। ਉਸ ਦਾ ਲੜਕਾ ਪੁਲਿਸ ਅਫਸਰ ਸੀ ਅਤੇ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਜੇਕਰ ਮੇਰਾ ਇਸ ਲੜਕੇ ਨਾਲ ਵਿਆਹ ਹੋ ਗਿਆ ਤਾਂ ਮੈਂ ਵੀ ਆਸਾਨੀ ਨਾਲ ਪੁਲਿਸ ਵਿੱਚ ਭਰਤੀ ਹੋ ਜਾਵਾਂਗੀ। ਮੈਂ ਮਾਂ ਨੂੰ ਜਲਦੀ ਹਾਂ ਕਹਿਣ ਦਾ ਇਸ਼ਾਰਾ ਕੀਤਾ। ਮਾਂ ਨੇ ਕੁਝ ਦਿਨ ਸੋਚਣ ਲਈ ਮੰਗੇ ਅਤੇ ਫਿਰ ਹਾਂ ਕਰ ਦਿੱਤੀ। ਕੁਝ ਦਿਨਾਂ ਬਾਅਦ ਥਾਣੇਦਾਰ ਨਾਲ ਮੇਰਾ ਵਿਆਹ ਹੋ ਗਿਆ ਤੇ ਮੈਂ ਵਿਆਹ ਕਰਵਾ ਕੇ ਕਿਸੇ ਹੋਰ ਸ਼ਹਿਰ ਚਲੀ ਗਈ। ਮੇਰੀ ਮਾਂ ਦਾ ਸੁਪਨਾ ਸੀ ਕਿ ਉਹ ਮੈਨੂੰ ਡਾਕਟਰ ਬਣਾਉਣ, ਪਰ ਮੈਂ ਵੀ ਕੀ ਕਰਦੀ, ਮੇਰੇ ਦਿਲ ਤੇ ਹੱਥ ਮਜਬੂਰ ਸੀ। ਦੂਜੇ ਸ਼ਹਿਰ ਆ ਕੇ ਮੈਂ ਥੋੜੇ ਦਿਨਾਂ ਵਿੱਚ ਹੀ ਪੁਲਿਸ ਵਿੱਚ ਭਰਤੀ ਹੋ ਗਈ। ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ। ਮੈਂ ਅਤੇ ਮੇਰੇ ਪਤੀ ਦੋਵੇਂ ਸੁਖੀ ਜੀਵਨ ਜੀ ਰਹੇ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਫਿਰ ਕੁਝ ਦਿਨਾਂ ਬਾਅਦ ਅਚਾਨਕ ਮੈਨੂੰ ਪਤਾ ਲੱਗਾ ਕਿ ਮੇਰੀਆਂ ਭੈਣਾਂ ਡਾਕਟਰ ਬਣ ਰਹੀਆਂ ਹਨ। ਡਾਕਟਰ ਬਣਨਾ ਕਿੰਨਾ ਔਖਾ ਕੰਮ ਹੈ। ਮਾਂ ਨੇ ਸ਼ਹਿਰ ਵਾਲਾ ਘਰ ਵੇਚ ਦਿੱਤਾ ਅਤੇ ਖੁਦ ਕਿਰਾਏ ਤੇ ਆ ਗਈ ਤਾਂ ਕਿ ਬੇਟੀਆਂ ਡਾਕਟਰ ਬਣ ਸਕਣ। ਮੇਰੇ ਭਰਾ ਅਤੇ ਪਿਤਾ ਜੀ ਨੂੰ ਘਰ ਵੇਚਣ ਲਈ ਵੀ ਤਿਆਰ ਨਹੀਂ ਸਨ, ਪਰ ਮਾਂ ਦੇ ਸਿਰ ਤੇ ਪਤਾ ਨਹੀਂ ਕਿਹੜਾ ਭੂਤ ਸਵਾਰ ਸੀ ਕਿ ਉਸਨੇ ਕਿਸੇ ਦੀ ਨਹੀਂ ਸੁਣੀ ਅਤੇ ਦੋਨਾਂ ਨੂੰ ਬਹੁਤ ਮਹਿੰਗੇ ਕਾਲਜ ਵਿੱਚ ਦਾਖਲਾ ਦਿਵਾਇਆ। ਮੈਂ ਆਪਣੀ ਮਾਂ ਨੂੰ ਬਹੁਤ ਸਮਝਾਇਆ ਕਿ ਆਪਣੀ ਚਾਦਰ ਤੋਂ ਬਾਹਰ ਪੈਰ ਨਾ ਪਸਾਰੋ। ਮਾਂ ਨਾ ਮੰਨੀ ਤਾਂ ਮੈਂ ਵੀ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝ ਗਈ। ਪਹਿਲਾਂ ਮੈਂ ਕਈ ਵਾਰ ਕੋਲ ਜਾ ਕੇ ਮਿਲ ਲੈਂਦੀ ਸੀ, ਪਰ ਫਿਰ ਨੌਕਰੀ ਅਤੇ ਫਿਰ ਲਗਾਤਾਰ 2 ਧੀਆਂ ਹੋਣ ਕਾਰਨ ਘਰ ਛੱਡਣਾ ਬਹੁਤ ਔਖਾ ਹੋ ਗਿਆ ਸੀ। ਮੈਂ ਆਪਣੀ ਮਾਂ ਵਿਆਹੁਤਾ ਜ਼ਿੰਦਗੀ ਅਤੇ ਨੌਕਰੀ ਕਰਕੇ ਬਹੁਤ ਖੁਸ਼ ਸੀ, ਪਰ ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਸੱਸ ਮੇਰੇ ਤੋਂ ਖਾਸ ਖੁਸ਼ ਨਹੀਂ ਹੈ। ਉਸ ਨੂੰ ਪੋਤੇ ਦੀ ਬਹੁਤ ਇੱਛਾ ਸੀ, ਪਰ ਮੇਰੀਆਂ ਦੋਵੇਂ ਧੀਆਂ ਹੀ ਸਨ। ਮੇਰੇ ਪਤੀ ਨੂੰ ਧੀਆਂ ਪੈਦਾ ਹੋਣ ਤੇ ਕੋਈ ਪ੍ਰੋਬਲਮ ਨਹੀਂ ਸੀ, ਪਰ ਪਤਾ ਨਹੀਂ ਕਿਉਂ ਮੇਰੀ ਸੱਸ ਮੇਰੇ ਮਗਰ ਪਈ ਹੋਈ ਸੀ ਕਿ ਇਸ ਵਾਰ ਮੈਨੂੰ ਪੋਤਾ ਹੀ ਚਾਹੀਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਸੀ। ਇੱਕ ਦਿਨ ਮੇਰੀ ਨੌਕਰਾਣੀ ਮੈਨੂੰ ਕਹਿਣ ਲੱਗੀ, ਮੈਡਮ, ਮੈਨੂੰ ਪਤਾ ਹੈ ਤੁਸੀਂ ਆਪਣੀ ਸੱਸ ਦੇ ਕਾਰਨ ਬਹੁਤ ਚਿੰਤਤ ਹੋ, ਪਰ ਮੇਰੇ ਕੋਲ ਇੱਕ ਹੱਲ ਹੈ। ਮੈਂ ਹੈਰਾਨ ਹੋ ਕੇ ਪੁੱਛਿਆ, ਕੀ ਹੱਲ ਹੈ ਤੇਰੇ ਕੋਲ? ਉਹ ਕਹਿਣ ਲੱਗੀ, ਮੈਡਮ ਜੀ, ਕਾਸਗੰਜ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ। ਉਸ ਪਿੰਡ ਵਿੱਚ ਇੱਕ ਦਾਈ ਰਹਿੰਦੀ ਹੈ। ਜੇਕਰ ਕੋਈ ਗਰਭਵਤੀ ਔਰਤ 5 ਮਿੰਟ ਤੱਕ ਉਸ ਦੀ ਗੋਦੀ ਵਿੱਚ ਬੈਠ ਜਾਵੇ ਤਾਂ ਉਸ ਦੇ ਦਿਲ ਦੀ ਹਰ ਇੱਛਾ ਪੂਰੀ ਹੁੰਦੀ ਹੈ। ਉਸ ਥਾਂ ਹਰ ਹਾਲਤ ਵਿੱਚ ਪੁੱਤਰ ਪੈਦਾ ਹੁੰਦਾ ਹੈ। ਮੈਂ ਉਸ ਦੀ ਗੱਲ ਸੁਣ ਕੇ ਹੱਸ ਪਈ ਤੇ ਆਪਣੇ ਪਿੰਡ ਦਾ ਨਾਂ ਸੁਣ ਕੇ ਹੈਰਾਨ ਰਹਿ ਗਈ। ਇਹ ਮੇਰੇ ਪਿੰਡ ਦਾ ਨਾਮ ਸੀ। ਉੱਥੇ ਕਿਹੜੀ ਦਾਈ ਆ ਗਈ ਜਿਹੜੀ ਮੁੰਡੇ ਬਣਦੀ ਸੀ? ਮੈਂ ਆਪਣੀ ਨੌਕਰਾਣੀ ਦੀ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਕਿਹਾ, ਤੁਹਾਨੂੰ ਜ਼ਰੂਰ ਗਲਤਫਹਿਮੀ ਹੋਈ ਹੋਵੇਗੀ ਕਿਉਂਕਿ ਉੱਥੇ ਕੋਈ ਵੀ ਦਾਈ ਨਹੀਂ ਰਹਿੰਦੀ। ਤੁਹਾਨੂੰ ਕੁਝ ਗਲਤਫਹਿਮੀ ਹੋਈ ਹੈ। ਕਰੀਬ 3 ਸਾਲ ਪਹਿਲਾਂ ਮੈਂ ਆਪਣੇ ਪਿੰਡ ਗਈ ਸੀ, ਪਰ ਉਦੋਂ ਤੱਕ ਮੇਰੇ ਸਾਹਮਣੇ ਅਜਿਹੀ ਕੋਈ ਗੱਲ ਨਹੀਂ ਆਈ ਸੀ। ਮੈਂ ਇਸ ਬਾਰੇ ਕਦੇ ਕੁਝ ਨਹੀਂ ਸੁਣਿਆ। ਮੈਂ ਤਾਂ ਉੱਥੇ ਕਦੇ ਕਿਸੇ ਦਾਈ ਬਾਰੇ ਵੀ ਨਹੀਂ ਸੁਣਿਆ। ਤਾਂ ਇਹ ਦਾਈ ਕਿੱਥੋਂ ਆ ਗਈ? ਸਗੋਂ ਪਿੰਡ ਦੀਆਂ ਔਰਤਾਂ ਨੇ ਸ਼ਹਿਰ ਦੇ ਹਸਪਤਾਲ ਦਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਉੱਥੋਂ ਆਪਣਾ ਚੈੱਕਅਪ ਕਰਵਾਉਂਦੀਆਂ ਅਤੇ ਹਸਪਤਾਲ ਤੋਂ ਹੀ ਡਿਲੀਵਰੀ ਵੀ ਕਰਵਾਉਂਦੀਆਂ। ਮੈਂ ਨੌਕਰਾਣੀ ਨੂੰ ਕਿਹਾ, ਤੈਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ, ਜਾਓ ਆਪਣਾ ਕੰਮ ਕਰੋ। ਇਹੋ ਜਿਹੀਆਂ ਫਜ਼ੂਲ ਗੱਲਾਂ ਮਨ ਵਿੱਚ ਨਾ ਲਿਆਓ। ਉਸ ਪਿੰਡ ਵਿੱਚ ਅਜਿਹਾ ਕੁਝ ਨਹੀਂ ਹੈ। ਇਹ ਕਿਸੇ ਹੋਰ ਪਿੰਡ ਦੀ ਘਟਨਾ ਹੋਵੇਗੀ। ਨੌਕਰਾਣੀ ਕਹਿਣ ਲੱਗੀ, ਪਰ ਮੈਡਮ, ਮੈਨੂੰ ਯਕੀਨ ਹੈ ਕਿਉਂਕਿ ਮੇਰੀ ਭੈਣ ਨੂੰ ਵੀ ਉਸ ਦੀਆਂ ਧੀਆਂ ਲਈ ਹਰ ਰੋਜ਼ ਉਸ ਦਾ ਪਤੀ ਤਾਨੇ ਮਾਰਦਾ ਸੀ। ਉਸ ਦੀਆਂ 4 ਬੇਟੀਆਂ ਸਨ ਅਤੇ ਉਸ ਦੇ ਪਤੀ ਨੇ ਕਿਹਾ ਸੀ ਕਿ ਜੇਕਰ ਇਸ ਵਾਰ ਤੁਸੀਂ ਬੇਟੇ ਨੂੰ ਜਨਮ ਨਾ ਦਿੱਤਾ ਤਾਂ ਮੈਂ ਤੁਹਾਨੂੰ ਤਲਾਕ ਦੇ ਕੇ ਇਸ ਘਰ ਤੋਂ ਬਾਹਰ ਕੱਢ ਦਿਆਂਗਾ। ਡਾਕਟਰ ਨੇ ਅਲਟਰਾਸਾਊਂਡ ਕਰਕੇ ਸਾਫ਼ ਕਹਿ ਦਿੱਤਾ ਸੀ ਕਿ ਇਸ ਵਾਰ ਵੀ ਇੱਕ ਧੀ ਹੀ ਹੋਵੇਗੀ, ਪਰ ਫਿਰ ਕਿਸੇ ਨੇ ਉਸ ਦਾਈ ਬਾਰੇ ਦੱਸਿਆ। ਮੈਂ ਆਪ ਆਪਣੀ ਭੈਣ ਨਾਲ ਉਸ ਪਿੰਡ ਗਈ ਸੀ। ਇੱਕ ਚੰਗੀ ਇਨਸਾਨ ਜਾਪਦੀ ਸੀ। ਮੇਰੀ ਭੈਣ ਨੂੰ ਗੋਦੀ ਵਿੱਚ ਬੈਠਣ ਲਈ ਕਹਿਣ ਲੱਗੀ ਤੇ ਕਿਹਾ ਕਿ ਤੁਹਾਡੀ ਕੁੱਖ ਵਿੱਚ ਕੁੜੀ ਇੱਕ ਲੜਕੇ ਵਿੱਚ ਬਦਲ ਜਾਵੇਗੀ। ਮੇਰੀ ਭੈਣ 5 ਮਿੰਟ ਤੱਕ ਉਸ ਦੀ ਦਾਈ ਦੀ ਗੋਦੀ ਵਿੱਚ ਬੈਠੀ ਰਹੀ ਅਤੇ ਅਜਿਹਾ ਹੀ ਹੋਇਆ। ਜਦੋਂ ਉਸ ਦੀ ਡਿਲੀਵਰੀ ਹੋਈ, ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਮੇਰੀ ਸੱਸ ਵੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗੀ, ਅਸੀਂ ਵੀ ਉੱਥੇ ਜਾਵਾਂਗੇ। ਤੁਸੀਂ ਇਸ ਵਾਰ ਗਰਭਵਤੀ ਹੋ ਜਾਓ ਤਾਂ ਅਸੀਂ ਉੱਥੇ ਜ਼ਰੂਰ ਜਾਵਾਂਗੇ। ਮੈਂ ਆਪਣੀ ਪੀੜ੍ਹੀ ਨੂੰ ਜਾਰੀ ਰੱਖਣ ਲਈ ਇੱਕ ਪੋਤਾ ਚਾਹੁੰਦੀ ਹਾਂ। ਮੈਂ ਸਿਰ ਫੜ ਕੇ ਬੈਠ ਗਈ ਕਿ ਨਵੀਂ ਕਹਾਣੀ ਸਾਹਮਣੇ ਆਈ ਹੈ ਕਿ ਇਸ ਨੌਕਰਾਣੀ ਨੇ ਮੇਰੀ ਸੱਸ ਦੇ ਕੰਨਾਂ ਵਿੱਚ ਵੀ ਪਾ ਦਿੱਤੀ। ਮੈਂ ਆਪਣੀ ਨੌਕਰਾਣੀ ਵੱਲ ਗੁੱਸੇ ਨਾਲ ਦੇਖਿਆ ਕਿ ਉਸ ਨੂੰ ਇੰਨੀ ਉੱਚੀ ਆਵਾਜ਼ ਵਿੱਚ ਦੱਸਣ ਦੀ ਕੀ ਲੋੜ ਸੀ। ਮੇਰੀ ਸੱਸ ਅਜਿਹੀਆਂ ਗੱਲਾਂ ਵਿੱਚ ਬਹੁਤ ਵਿਸ਼ਵਾਸ ਕਰਦੀ ਸੀ, ਪਰ ਮੈਂ ਪੁਲਿਸ ਵਾਲੀ ਸੀ।
ਇਸ ਲਈ ਜਦੋਂ ਤੱਕ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਦੇਖਦੀ, ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦੀ। ਇਸ ਲਈ ਮੈਂ ਆਪਣੀ ਸੱਸ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਇਹ ਠੀਕ ਹੈ। ਜੇਕਰ ਮੈਂ ਇਸ ਵਾਰ ਗਰਭਵਤੀ ਹੋ ਜਾਂਦੀ ਹਾਂ ਤਾਂ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗੀ। ਰਾਤ ਨੂੰ ਜਦੋਂ ਮੈਂ ਆਪਣੇ ਪਤੀ ਨਾਲ ਸਾਰੀ ਗੱਲ ਕੀਤੀ ਤਾਂ ਉਹ ਕਹਿਣ ਲੱਗਾ, ਮੈਂ ਵੀ ਅਜੇ ਪੰਡਿਤ ਬਾਬਿਆਂ ਦੀਆਂ ਗੱਲਾਂ ਨੂੰ ਨਹੀਂ ਮੰਨਦਾ, ਪਰ ਦੁਨੀਆ ਵਿੱਚ ਬਹੁਤ ਕੁਝ ਅਜਿਹਾ ਵਾਪਰਦਾ ਹੈ ਜੋ ਅਸੰਭਵ ਜਾਪਦਾ ਹੈ। ਫਿਰ ਵੀ ਮਾਂ ਦੀ ਇੱਛਾ ਤੇ ਉਹੀ ਕਰੋ ਜੋ ਉਹ ਚਾਹੁੰਦੇ ਹਨ। ਮੈਂ ਕਿਹਾ ਠੀਕ ਹੈ, ਇਸ ਬਾਰੇ ਮੈਂ ਸੋਚਾਂਗੀ। ਕੋਈ ਹੋਰ ਪਿੰਡ ਹੁੰਦਾ ਤਾਂ ਸ਼ਾਇਦ ਇਹ ਗੱਲ ਮੇਰੇ ਮਨ ਵਿੱਚੋਂ ਨਿਕਲ ਜਾਂਦੀ, ਪਰ ਨੌਕਰਾਣੀ ਨੇ ਮੇਰੇ ਪਿੰਡ ਦਾ ਹੀ ਨਾਂ ਲਿਆ ਸੀ ਤੇ ਮੇਰਾ ਚੌਂਕ ਜਾਣਾ ਤਾਂ ਬਣਦਾ ਹੀ ਸੀ। ਅਗਲੇ ਦਿਨ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਮੈਂ ਸੁਣਿਆ ਹੈ ਸਾਡੇ ਪਿੰਡ ਕੋਈ ਨਵਾਂ ਦਾਈ ਹੈ, ਕੀ ਇਹ ਸੱਚ ਹੈ? ਮਾਂ ਕਹਿਣ ਲੱਗੀ, ਪੁੱਤਰ ਤੈਨੂੰ ਪਤਾ ਹੈ ਕਿ ਮੇਰੇ ਤਾਂ ਪਿੰਡ ਜਾਣਾ ਬਹੁਤ ਘੱਟ ਹੁੰਦਾ ਹੈ। ਮੈਂ ਕਿਸੇ ਨੂੰ ਕਿਸੇ ਬਾਰੇ ਜਾਣਨ ਲਈ ਕਹਾਂਗੀ ਅਤੇ ਫਿਰ ਤੁਹਾਨੂੰ ਦੱਸਾਂਗੀ। 2 ਦਿਨ ਬਾਅਦ ਮਾਂ ਦਾ ਫੋਨ ਆਇਆ। ਕਹਿਣ ਲੱਗੀ, ਬੇਟਾ ਮੈਂ ਪੁੱਛਗਿੱਛ ਕੀਤੀ ਹੈ ਪਰ ਉੱਥੇ ਕੋਈ ਦਾਈ ਨਹੀਂ ਹੈ। ਸਾਰੀਆਂ ਔਰਤਾਂ ਹੁਣ ਸ਼ਹਿਰ ਨੂੰ ਜਾਂਦੀਆਂ ਹਨ। ਇਹ ਸੁਣ ਕੇ ਮੈਂ ਸੁੱਖ ਦਾ ਸਾਹ ਲਿਆ। ਧੰਨਵਾਦ, ਪਰ ਉਹ ਥਾਂ ਮੇਰੇ ਪਿੰਡ ਦਾ ਨਹੀਂ ਸੀ। ਮੇਰੀ ਸੱਸ ਉਡੀਕ ਰਹੀ ਸੀ, ਇਸੇ ਲਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉੱਥੇ ਪਤਾ ਕੀਤਾ ਹੈ, ਉੱਥੇ ਅਜਿਹਾ ਕੁਝ ਵੀ ਨਹੀਂ ਸੀ। ਕੁਝ ਸਮਾਂ ਸ਼ਾਂਤੀ ਨਾਲ ਬੀਤ ਗਿਆ, ਪਰ ਹੁਣ ਫਿਰ ਮੇਰੇ ਜੀਵਨ ਵਿੱਚ ਦੁਬਾਰਾ ਹਲਚਲ ਹੋਣ ਵਾਲੀ ਸੀ। ਜਦੋਂ ਮੇਰੀ ਨੌਕਰਾਣੀ ਇੱਕ ਦਿਨ ਆਈ ਤਾਂ ਉਹ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ। ਮੈਂ ਪੁੱਛਿਆ ਤਾਂ ਉਹ ਕਹਿਣ ਲੱਗੀ, ਮੈਡਮ ਮੇਰੀ ਸੱਸ ਨੇ ਕਿਹਾ ਹੈ ਕਿ ਜੇਕਰ ਇਸ ਵਾਰ ਉਸ ਨੂੰ ਪੋਤਾ ਨਾ ਦਿੱਤਾ ਤਾਂ ਉਹ ਆਪਣੇ ਪੁੱਤਰ ਦਾ ਦੁਬਾਰਾ ਵਿਆਹ ਕਰਵਾ ਦੇਵੇਗੀ। ਮੈਂ ਮਜ਼ਾਕ ਵਿੱਚ ਕਿਹਾ ਕਿ ਇਸ ਵਿੱਚ ਵੀ ਕੀ ਸਮੱਸਿਆ ਹੈ? ਤੁਹਾਡੇ ਪਿੰਡ ਵਿੱਚ ਇੱਕ ਦਾਈ ਰਹਿੰਦੀ ਹੈ ਜੋ 5 ਮਿੰਟਾਂ ਵਿੱਚ ਇੱਕ ਕੁੜੀ ਨੂੰ ਲੜਕੇ ਵਿੱਚ ਬਦਲ ਦਿੰਦੀ ਹੈ। ਜੇਕਰ ਤੁਸੀਂ 5 ਮਿੰਟ ਵੀ ਉਸ ਦੀ ਗੋਦੀ ਵਿੱਚ ਬੈਠੋ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਮੈਂ ਇਹ ਇਸ ਲਈ ਕਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਇੱਥੇ ਅਜਿਹਾ ਕੋਈ ਦਾਈ ਨਹੀਂ ਹੈ। ਪਤਾ ਨਹੀਂ ਉਸਨੇ ਮੇਰੀਆਂ ਗੱਲਾਂ ਨੂੰ ਮਜ਼ਾਕ ਵਜੋਂ ਲਿਆ ਜਾਂ ਗੰਭੀਰਤਾ ਨਾਲ, ਪਰ ਅਗਲੇ ਦਿਨ ਤੋਂ ਉਹ ਕੰਮ ਤੇ ਨਹੀਂ ਆਈ। ਉਸਨੇ ਆਪਣੀ ਜਗ੍ਹਾ ਤੇ ਕਿਸੇ ਹੋਰ ਨੂੰ ਕੰਮ ਤੇ ਭੇਜ ਦਿੱਤਾ। ਮੈਂ ਦੂਜੀ ਨੌਕਰਾਨੀ ਨੂੰ ਪੁੱਛਿਆ, ਕੀ ਗੱਲ ਹੈ, ਤੁਸੀਂ ਕੰਮ ਤੇ ਕਿਉਂ ਆਏ ਹੋ? ਉਹ ਕਿਉਂ ਨਹੀਂ ਆਈ? ਉਸਨੇ ਦੱਸਿਆ ਕਿ ਉਹ ਖੁਦ ਕਾਸਗੰਜ ਦੇ ਇੱਕ ਪਿੰਡ ਗਈ ਹੈ। ਮੈਂ ਸੋਚਿਆ ਚੰਗਾ ਹੈ, ਜੇ ਉਹ ਉੱਥੇ ਜਾ ਕੇ ਦੇਖ ਲਵੇ ਤਾਂ ਉਹ ਸਭ ਕੁਝ ਸਮਝ ਆ ਜਾਵੇਗਾ ਅਤੇ ਕੌਣ ਉਸ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰੇਗਾ। ਜਦੋਂ ਉਹ ਇੰਨੀ ਦੂਰ ਚਲੀ ਜਾਵੇਗੀ ਤਾਂ ਉਹ ਖੁਦ ਹੀ ਮੂਰਖ ਬਣ ਕੇ ਵਾਪਸ ਆਵੇਗੀ। ਹਫ਼ਤੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਹ ਬਹੁਤ ਖੁਸ਼ ਹੋਈ ਅਤੇ ਮੈਨੂੰ ਦੱਸਣ ਲੱਗੀ, ਮੈਡਮ ਮੈਂ ਉਸ ਪਿੰਡ ਗਈ ਹੋਈ ਸੀ। ਮੈਂ ਹੱਸਦੇ ਹੋਏ ਪੁੱਛਿਆ, ਅੱਛਾ ਫਿਰ ਕੀ ਹੋਇਆ? ਤੈਨੂੰ ਉਹ ਦਾਈ ਮਿਲੀ ਜਾਂ ਨਹੀਂ? ਮੈਨੂੰ ਉਮੀਦ ਸੀ ਕਿ ਉਹ ਨਿਰਾਸ਼ ਹੋ ਕੇ ਇਨਕਾਰ ਕਰ ਦੇਵੇਗੀ, ਪਰ ਮੇਰੇ ਹੋਸ਼ ਉੱਡ ਗਏ ਜਦੋਂ ਉਸਨੇ ਬੜੀ ਖੁਸ਼ੀ ਨਾਲ ਕਿਹਾ, ਮੈਡਮ ਮੈਨੂੰ ਉਹ ਦਾਈ ਵੀ ਮਿਲ ਗਈ ਅਤੇ ਮੈਂ 5 ਮਿੰਟ ਲਈ ਉਸ ਦੀ ਗੋਦੀ ਵਿੱਚ ਬੈਠ ਕੇ ਵੀ ਆਈ ਹਾਂ। ਹੁਣ ਮੈਨੂੰ ਯਕੀਨ ਹੈ ਕਿ ਮੇਰੇ ਪੁੱਤਰ ਹੀ ਹੋਵੇਗਾ। ਮੈਂ ਵੀ ਇਹ ਗੱਲ ਬੇਯਕੀਨੀ ਨਾਲ ਸੁਣੀ ਤੇ ਫਿਰ ਕੁਝ ਸੋਚ ਕੇ ਕਿਹਾ, ਕੀ ਪਤਾ ਪਹਿਲਾਂ ਵੀ ਤੁਹਾਡੇ ਘਰ ਪੁੱਤਰ ਹੀ ਪੈਦਾ ਹੋਣਾ ਹੋਵੇ। ਉਹ ਕਹਿਣ ਲੱਗੀ, ਮੈਡਮ ਦੇਖੋ ਡਾਕਟਰ ਨੇ ਅਲਟਰਾਸਾਊਂਡ ਕਰਕੇ ਦੱਸਿਆ ਸੀ ਕਿ ਮੇਰੇ ਬੇਟੀ ਹੀ ਹੋਵੇਗੀ ਅਤੇ ਮੈਨੂੰ ਯਕੀਨ ਸੀ ਕਿ ਤੁਸੀਂ ਮੇਰੀ ਗੱਲ ਨੂੰ ਨਹੀਂ ਸੁਣੋਗੇ ਕਿ ਮੈਂ ਪਿੰਡ ਜਾ ਕੇ ਆਈ ਹਾਂ। ਇਸੇ ਲਈ ਮੈਂ ਆਪਣੇ ਫੋਨ ਵਿੱਚ ਪਿੰਡ ਦੀਆਂ ਕੁਝ ਤਸਵੀਰਾਂ ਵੀ ਬਣਾਈਆਂ ਹਨ। ਜਦੋਂ ਉਸਨੇ ਆਪਣਾ ਟੁੱਟੀ ਹੋਈ ਸਕਰੀਨ ਵਾਲਾ ਫੋਨ ਮੇਰੇ ਸਾਹਮਣੇ ਦਿਖਾਇਆ ਤਾਂ ਮੈਂ ਦੰਗ ਰਹਿ ਗਈ। ਉਹ ਕਿੱਸਾ ਤਾਂ ਮੇਰੇ ਪਿੰਡ ਦਾ ਹੀ ਸੀ। ਮੈਂ ਨੌਕਰਾਣੀ ਨੂੰ ਕਿਹਾ ਕਿ ਜੇ ਉਹ ਪਿੰਡ ਗਈ ਹੀ ਸੀ ਤਾਂ ਉਸ ਦਾਈ ਦੀ ਤਸਵੀਰ ਵੀ ਲੈ ਆਉਂਦੀ, ਮੈਂ ਵੀ ਦੇਖ ਲੈਂਦੀ ਆਖਰ ਕਿਹੋ ਜਿਹੀ ਦਾਈ ਹੈ। ਉਹ ਕਹਿਣ ਲੱਗੀ, ਮੈਡਮ ਮੈਂ ਉਸ ਦਾਈ ਨੂੰ ਫੋਟੋ ਖਿੱਚਣ ਲਈ ਕਿਹਾ ਸੀ ਕਿ ਮੈਂ ਜਾ ਕੇ ਆਪਣੀ ਮਾਲਕਣ ਨੂੰ ਦਿਖਾਵਾਂਗੀ, ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਨੇ ਤਸਵੀਰ ਨਹੀਂ ਖਿਚਵਾਉਣੀ। ਮੈਂ ਨੌਕਰਾਣੀ ਨੂੰ ਭੇਜ ਕੇ ਮਾਂ ਨੂੰ ਫੋਨ ਲਗਾਇਆ ਤੇ ਕਿਹਾ ਕਿ ਮਾਂ ਤੁਸੀਂ ਮੈਨੂੰ ਝੂਠ ਕਿਉਂ ਬੋਲਿਆ ਕਿ ਉੱਥੇ ਕੋਈ ਦਾਈ ਨਹੀਂ ਹੈ? ਤਾਂ ਮਾਂ ਕਹਿਣ ਲੱਗੀ, ਮੈਂ ਕੋਈ ਝੂਠ ਨਹੀਂ ਬੋਲਿਆ, ਮੈਨੂੰ ਜੋ ਪਤਾ ਲੱਗਾ ਮੈਂ ਤੁਹਾਨੂੰ ਦੱਸ ਦਿੱਤਾ। ਮੈਨੂੰ ਵੀ ਉਹ ਮੇਰੇ ਕਿਸੇ ਜਾਣਕਾਰ ਤੋਂ ਪਤਾ ਲੱਗਾ ਸੀ ਕਿ ਉੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮੈਂ ਕਿਹਾ, ਮਾਂ ਤੁਹਾਨੂੰ ਉੱਥੇ ਜਾ ਕੇ ਖੁਦ ਦੇਖਣਾ ਚਾਹੀਦਾ ਸੀ। ਇੱਕ ਛੋਟਾ ਜਿਹਾ ਕੰਮ ਕਿਹਾ ਸੀ, ਉਹ ਵੀ ਤੁਹਾਡੇ ਕੋਲੋਂ ਨਹੀਂ ਹੋ ਸਕਿਆ। ਮਾਂ ਗੁੱਸੇ ਵਿੱਚ ਕਹਿਣ ਲੱਗੀ, ਮੈਂ ਪੁਲਿਸ ਵਾਲੀ ਨਹੀਂ ਹਾਂ, ਮੈਂ ਤੁਹਾਡੇ ਵਰਗੀ ਨਹੀਂ ਹਾਂ ਕਿ ਮੈਂ ਜਾ ਕੇ ਹਰ ਥਾਂ ਪੜਤਾਲ ਕਰਾਂ। ਤੈਨੂੰ ਪਤਾ ਵੀ ਨਹੀਂ ਕਿ ਮੇਰੇ ਜੋੜਾਂ ਵਿੱਚ ਕਿੰਨਾ ਦਰਦ ਹੈ। ਮੈਂ ਘਰੋਂ ਬਾਹਰ ਨਹੀਂ ਨਿਕਲ ਸਕਦੀ, ਫਿਰ ਵੀ ਤੁਸੀਂ ਕਹਿ ਰਹੇ ਹੋ
ਕਿ ਮੈਨੂੰ ਆਪ ਉੱਥੇ ਜਾਣਾ ਚਾਹੀਦਾ ਸੀ। ਮਾਂ ਨੇ ਮੈਨੂੰ ਕਾਫੀ ਗੱਲਾਂ ਸੁਣਾ ਕੇ ਫੋਨ ਕੱਟ ਦਿੱਤਾ। ਮੈਨੂੰ ਦੁੱਖ ਹੋਇਆ ਕਿ ਮੈਨੂੰ ਆਪਣੀ ਮਾਂ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਸੀ। ਮੈਂ ਸੋਚਿਆ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੀ ਮਾਂ ਨੂੰ ਬਾਅਦ ਵਿੱਚ ਮਨਾ ਲਵਾਂਗੀ ਅਤੇ ਮਾਫੀ ਵੀ ਮੰਗ ਲਵਾਂਗੀ। ਦਾਈ ਦੇ ਇਸ ਕੇਸ ਨੇ ਮੇਰੀ ਸ਼ਾਂਤੀ ਭੰਗ ਕਰ ਦਿੱਤੀ ਸੀ। ਸੱਸ ਮੇਰੇ ਪਿੱਛੇ ਪਈ ਹੋਈ ਸੀ ਕਿ ਆਪਾਂ ਵੀ ਉੱਥੇ ਜਾਵਾਂਗੇ। ਹੁਣ ਮੈਨੂੰ ਬਸ ਆਪਣੀ ਨੌਕਰਾਣੀ ਦੇ ਮੁੰਡੇ ਵਾਲੇ ਦਾਅਵੇ ਨੂੰ ਝੂਠ ਸਾਬਤ ਕਰਨ ਦਾ ਇੰਤਜ਼ਾਰ ਸੀ। ਜਦੋਂ ਅਲਟਰਾਸਾਊਂਡ ਵਿੱਚ ਪਤਾ ਲੱਗ ਗਿਆ ਸੀ ਕਿ ਉਸ ਦੀ ਇੱਕ ਬੇਟੀ ਹੋਵੇਗੀ ਤਾਂ ਫਿਰ ਉਹ 5 ਮਿੰਟਾਂ ਦੀ ਥਾਂ 10 ਮਿੰਟ ਵੀ ਦਾਈ ਦੀ ਗੋਦੀ ਵਿੱਚ ਬੈਠ ਜਾਂਦੀ, ਪਰ ਇੱਕ ਕੁੜੀ ਹੀ ਪੈਦਾ ਹੋਣੀ ਸੀ। ਪਰ ਹਸਪਤਾਲ ਵਿੱਚ ਜਦੋਂ ਡਾਕਟਰ ਨੇ ਦੱਸਿਆ ਕਿ ਸਾਡੀ ਨੌਕਰਾਣੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਕਿਵੇਂ ਹੋ ਸਕਦਾ ਹੈ? ਜਦੋਂ ਮੇਰੀ ਸੱਸ ਨੂੰ ਪਤਾ ਲੱਗਾ ਤਾਂ ਉਹ ਕਹਿਣ ਲੱਗੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਦਾਈ ਦੀ ਗੋਦ ਬਹੁਤ ਅਨੋਖੀ ਹੈ, ਅਸੀਂ ਵੀ ਉੱਥੇ ਜ਼ਰੂਰ ਜਾਵਾਂਗੇ। ਮੇਰੇ ਕਹਿਣ ਦਾ ਕੋਈ ਫਾਇਦਾ ਨਹੀਂ ਸੀ। ਮੇਰੀ ਸੱਸ ਨੇ ਮੇਰਾ ਅਤੇ ਆਪਣਾ ਸਮਾਨ ਪੈਕ ਕੀਤਾ ਅਤੇ ਪਿੰਡ ਜਾਣ ਦੀ ਤਿਆਰੀ ਕਰਨ ਲੱਗੀ। ਮੈਂ ਆਪਣੀ ਮਾਂ ਦੇ ਘਰ ਆਪਣੇ ਪੇਕੇ ਆਈ। ਮੈਂ ਸ਼ਾਇਦ 3 ਸਾਲਾਂ ਬਾਅਦ ਇੱਥੇ ਆਈ ਸੀ। ਇੰਨੀ ਦਿਨੀ ਘਰ ਦੇ ਹਾਲਾਤ ਬਹੁਤ ਬਦਲ ਚੁੱਕੇ ਸਨ। ਮੈਂ ਸੁਣਿਆ ਸੀ, ਪਰ ਹੁਣ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਘਰ ਵਿੱਚ ਸੱਚਮੁੱਚ ਬਹੁਤ ਖੁਸ਼ੀਆਂ ਸਨ। ਨਵਾਂ ਘਰ ਅਤੇ ਸਾਰਾ ਨਵਾਂ ਸਮਾਨ ਅਤੇ ਸਭ ਕੁਝ ਇਹ ਬਹੁਤ ਮਹਿੰਗਾ ਸੀ। ਮੇਰੀ ਸੱਸ ਵੀ ਬਹੁਤ ਖੁਸ਼ ਸੀ। ਮੇਰੀ ਮਾਂ ਕਹਿਣ ਲੱਗੀ ਕਿ ਮੇਰੀਆਂ ਦੋਵੇਂ ਛੋਟੀਆਂ ਧੀਆਂ ਡਾਕਟਰ ਬਣ ਗਈਆਂ ਹਨ ਅਤੇ ਪੁੱਤਰਾਂ ਨੇ ਆਪਣਾ ਸਟੋਰ ਖੋਲ੍ਹ ਲਿਆ ਹੈ। ਮੇਰੀ ਮਾਂ ਨੂੰ ਮੇਰੇ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਮੈਂ ਉੱਥੇ ਕਿਉਂ ਆਈ ਹਾਂ। ਇਸੇ ਲਈ ਉਹ ਮੈਨੂੰ 2-4 ਦਿਨ ਆਰਾਮ ਕਰਨ ਲਈ ਕਹਿਣ ਲੱਗੀ ਤੇ ਫਿਰ ਤੁਸੀਂ ਆਪਣੀ ਸੱਸ ਨਾਲ ਪਿੰਡ ਦੀ ਉਸ ਦਾਈ ਕੋਲ ਜਾ ਆਉਣਾ। ਮੇਰੇ ਜੋੜਾਂ ਵਿੱਚ ਬਹੁਤ ਦਰਦ ਹੈ। ਮੈਂ ਪਿੰਡ ਦੀਆਂ ਟੁੱਟੀਆਂ ਸੜਕਾਂ ਤੇ ਸਫ਼ਰ ਨਹੀਂ ਕਰ ਸਕਦੀ। 1-2 ਦਿਨ ਆਰਾਮ ਕਰਨ ਤੋਂ ਬਾਅਦ ਮੈਂ ਆਪਣੀ ਸੱਸ ਨਾਲ ਪਿੰਡ ਆ ਗਈ। ਮੇਰੀ ਸੱਸ ਬਹੁਤ ਖੁਸ਼ ਸੀ ਕਿ ਹੁਣ ਉਸ ਦੇ ਦਿਲ ਦੀ ਇੱਛਾ ਪੂਰੀ ਹੋ ਜਾਵੇਗੀ। ਅਸੀਂ 2 ਘੰਟੇ ਦੇ ਸਫ਼ਰ ਤੋਂ ਬਾਅਦ ਪਿੰਡ ਪਹੁੰਚੇ ਸੀ। ਪਿੰਡ ਦੇ ਸ਼ੁਰੂ ਵਿੱਚ ਇੱਕ ਝੌਂਪੜੀ ਹੈ ਜਿੱਥੇ ਉਹ ਬੈਠਦੀ ਸੀ, ਇਸ ਲਈ ਅਸੀਂ ਅੰਦਰ ਚਲੇ ਗਏ। ਇੱਕ ਔਰਤ ਨੇ ਸਿਰ ਤੇ ਹਰਾ ਮਫਲਰ ਲਪੇਟਿਆ ਹੋਇਆ ਸੀ। ਉਸ ਨੂੰ ਦੇਖ ਕੇ ਮੈਨੂੰ ਕਿਤੇ ਵੀ ਦਾਈ ਵਰਗਾ ਮਹਿਸੂਸ ਨਹੀਂ ਹੋ ਰਿਹਾ ਸੀ। ਮੇਰੇ ਅੰਦਰ ਪੁਲਿਸ ਵਾਲੀ ਔਰਤ ਜਾਗ ਪਈ। ਮੈਂ ਜਾ ਕੇ ਉਸ ਨੂੰ ਕਿਹਾ, ਮੈਂ ਆਪਣੇ ਪੁੱਤਰ ਲਈ ਆਈ ਹਾਂ। ਤਾਂ ਉਹ ਕਹਿਣ ਲੱਗੀ, ਮੈਡਮ ਜੀ, ਕਿਸੇ ਵੀ ਹਸਪਤਾਲ ਤੋਂ ਜਾ ਕੇ ਅਲਟਰਾਸਾਊਂਡ ਕਰਵਾਓ। ਉਸ ਰਿਪੋਰਟ ਵਿੱਚ ਜੇਕਰ ਕੁੜੀ ਹੈ ਤਾਂ ਮੇਰੇ ਕੋਲ ਆਓ, ਜੇ ਮੁੰਡਾ ਹੈ ਤਾਂ ਘਰ ਪਰਤ ਜਾਓ। ਮੈਂ ਨਹੀਂ ਚਾਹੁੰਦੀ ਕਿ ਅਜਿਹਾ ਹੋਵੇ ਕਿ ਤੁਹਾਡੇ ਕੋਲ ਇੱਕ ਮੁੰਡਾ ਹੋਵੇ ਅਤੇ ਤੁਸੀਂ ਮੇਰੀ ਗੋਦ ਵਿੱਚ ਬੈਠ ਜਾਓ ਤਾਂ ਸਾਰੇ ਤੰਤਰ ਮੰਤਰ ਉਲਟੇ ਹੋ ਜਾਣ ਅਤੇ ਤੁਹਾਡਾ ਮੁੰਡਾ ਕੁੜੀ ਵਿੱਚ ਬਦਲ ਜਾਵੇ। ਇਸ ਲਈ ਪਹਿਲਾਂ ਜਾ ਕੇ ਅਲਟਰਾਸਾਊਂਡ ਕਰਵਾਓ। ਉਸ ਦੇ ਗੱਲ ਕਰਨ ਦੇ ਤਰੀਕੇ ਤੋਂ ਮੇਰੀ ਸੱਸ ਬਹੁਤ ਖੁਸ਼ ਸੀ। ਉਹ ਕਹਿਣ ਲੱਗੀ, ਦੇਖੋ ਕਿੰਨੀ ਵਧੀਆ ਦਾਈ, ਪੈਸੇ ਵੀ ਨਹੀਂ ਲਏ ਅਤੇ ਅਲਟਰਾਸਾਊਂਡ ਦੀ ਇੰਨੀ ਵਧੀਆ ਸਲਾਹ ਦਿੱਤੀ। ਮੈਂ ਵੀ ਸੋਚਿਆ, ਹਾਂ ਇਹ ਵੀ ਠੀਕ ਹੈ, ਅਲਟਰਾਸਾਊਂਡ ਕਰਾਉਣਾ ਚਾਹੀਦਾ ਹੈ। ਜਦੋਂ ਮੈਂ ਘਰ ਜਾ ਕੇ ਮਾਂ ਅਤੇ ਭੈਣਾਂ ਨੂੰ ਸਾਰੀ ਗੱਲ ਦੱਸੀ ਤਾਂ ਮੇਰੀ ਭੈਣ ਕਹਿਣ ਲੱਗੀ, ਕੱਲ ਨੂੰ ਆਪਣੀ ਸੱਸ ਨਾਲ ਮੇਰੇ ਕਲੀਨਿਕ ਆ ਜਾ, ਮੈਂ ਤੁਹਾਡਾ ਅਲਟਰਾਸਾਊਂਡ ਕਰ ਦੇਵਾਂਗੀ। ਅਗਲੇ ਦਿਨ ਜਦੋਂ ਟੈਸਟ ਹੋਇਆ ਅਤੇ ਉਸ ਦੀ ਰਿਪੋਰਟ ਆਈ ਤਾਂ ਮੇਰੀ ਭੈਣ ਨੇ ਉਦਾਸ ਹੋ ਕੇ ਕਿਹਾ, ਦੀਦੀ ਤੁਹਾਡੇ ਕੋਲ ਇਸ ਵਾਰ ਵੀ ਇੱਕ ਕੁੜੀ ਹੈ। ਇਹ ਖਬਰ ਸੁਣ ਕੇ ਮੇਰੀ ਸੱਸ ਦਾ ਮੂਡ ਖਰਾਬ ਹੋ ਗਿਆ, ਪਰ ਫਿਰ ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਦੁਬਾਰਾ ਉਸ ਦਾਈ ਕੋਲ ਜਾਵਾਂਗੇ। ਭੈਣ ਦਾ ਕਲੀਨਿਕ ਛੱਡ ਕੇ ਅਸੀਂ ਸਿੱਧੇ ਉਸ ਦਾਈ ਦੇ ਕੋਲ ਪਿੰਡ ਆ ਗਏ। ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ। ਮੈਂ ਇਸ ਦਾਈ ਦੀ ਗੋਦੀ ਵਿੱਚ ਬੈਠ ਗਈ ਅਤੇ 5 ਮਿੰਟ ਬਾਅਦ ਉੱਠੀ। ਉਸ ਦਾਈ ਨੇ ਪੈਸੇ ਨਹੀਂ ਲਏ, ਪਰ ਜ਼ਬਰਦਸਤੀ ਮੇਰੀ ਸੱਸ ਨੇ ਉਸ ਦੇ ਬੈਗ ਵਿੱਚ ਬਹੁਤ ਸਾਰੇ ਨੋਟ ਪਾ ਦਿੱਤੇ। ਮੇਰਾ ਅਜੇ 1 ਦਿਨ ਹੋਰ ਇੱਥੇ ਰੱਖਣ ਦਾ ਇਰਾਦਾ ਸੀ, ਪਰ ਮੇਰੀ ਸੱਸ ਕਾਹਲੀ ਮਚਾ ਦਿੱਤੀ। ਜਦੋਂ ਮੈਂ ਰਾਤ ਨੂੰ ਆਪਣੀ ਮਾਂ ਦੇ ਕਮਰੇ ਵਿੱਚ ਉਸ ਨੂੰ ਦੱਸਣ ਗਈ ਤਾਂ ਮੈਨੂੰ ਕਮਰੇ ਵਿੱਚੋਂ ਮਾਂ ਦੀ ਪਰੇਸ਼ਾਨੀ ਭਰੀ ਆਵਾਜ਼ ਸੁਣਾਈ ਦਿੱਤੀ, ਚਿੰਤਾ ਨਾ ਕਰੋ, ਤੁਸੀਂ ਦੋਵੇਂ ਭੈਣਾਂ ਠੀਕ ਹੋ ਜਾਓ ਗਈਆਂ। ਮੈਂ ਕਮਰੇ ਵਿੱਚ ਜਾ ਕੇ ਪੁੱਛਿਆ, ਕੀ ਗੱਲ ਹੈ, ਕੁਝ ਪਰੇਸ਼ਾਨੀ ਹੈ? ਮਾਂ ਮੈਨੂੰ ਅਚਾਨਕ ਇਸ ਤਰ੍ਹਾਂ ਦੇਖ ਕੇ ਡਰ ਗਈ। ਫਿਰ ਡੂੰਘਾ ਸਾਹ ਲੈ ਕੇ ਕਹਿਣ ਲੱਗੀ, ਤੇਰੀਆਂ ਭੈਣਾਂ ਨੂੰ ਤੇਰੀ ਸੱਸ ਦੀ ਚਿੰਤਾ ਸਤਾਉਣ ਲੱਗੀ ਸੀ ਕਿ ਸਵੇਰੇ ਸਵੇਰੇ ਉਹਨਾਂ ਦਾ ਰਵੱਈਆ ਤੇਰੇ ਨਾਲ ਠੀਕ ਨਹੀਂ ਸੀ। ਇਸ ਲਈ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਹੁਣ ਤੇਰੇ ਪੁੱਤਰ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ। ਮੈਂ ਉਹਨਾਂ ਨੂੰ
ਨੂੰ ਦੱਸ ਕੇ ਕਿ ਮੈਂ ਸਵੇਰੇ ਜਾ ਰਹੀ ਹਾਂ। ਮੈਂ ਆਪਣੇ ਕਮਰੇ ਵਿੱਚ ਆ ਗਈ। ਸਾਰੀ ਰਾਤ ਮੈਂ ਸੋਚਦੀ ਰਹੀ ਕਿ ਮੇਰੀ ਅਲਟਰਾਸਾਊਂਡ ਰਿਪੋਰਟ ਵਿੱਚ ਲਿਖਿਆ ਹੈ ਕਿ ਮੈਂ ਇੱਕ ਲੜਕੀ ਨੂੰ ਜਨਮ ਦੇਵਾਂਗੀ, ਪਰ ਕੀ ਸੱਚਮੁੱਚ ਇਸ ਦਾਈ ਦੀ ਗੋਦ ਵਿੱਚ ਬੈਠ ਕੇ ਮੇਰੇ ਘਰ ਪੁੱਤਰ ਪੈਦਾ ਹੋਵੇਗਾ? ਇਹ ਕਿਵੇਂ ਹੋ ਸਕਦਾ ਹੈ? ਬੱਚੇ ਦਾ ਲਿੰਗ ਕਿਵੇਂ ਬਦਲਿਆ ਜਾ ਸਕਦਾ ਹੈ? ਕੁਝ ਅਜਿਹਾ ਸੀ ਜੋ ਮੈਨੂੰ ਸਮਝ ਨਹੀਂ ਆ ਰਿਹਾ ਸੀ, ਕੁਝ ਅਜਿਹਾ ਜੋ ਮੇਰੀ ਨਜ਼ਰ ਵਿੱਚ ਨਹੀਂ ਆ ਰਿਹਾ ਸੀ। ਮੈਂ ਸੋਚਿਆ, ਮੈਨੂੰ ਸੱਚ ਅਤੇ ਝੂਠ ਦਾ ਪਤਾ ਉਦੋਂ ਹੀ ਲੱਗੇਗਾ ਜਦ ਮੇਰੀ ਡਿਲੀਵਰੀ ਹੋਵੇ, ਫਿਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅਗਲੇ ਦਿਨ ਸਾਡੇ ਜਾਣ ਦਾ ਸਮਾਂ ਹੋ ਗਿਆ। ਜਾਣ ਤੋਂ ਪਹਿਲਾਂ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਬਾਰੇ ਸੋਚਿਆ। ਉਹ ਇਸ ਸ਼ਹਿਰ ਦੀ ਵਸਨੀਕ ਸੀ। ਅਸੀਂ ਦੋਵਾਂ ਨੇ ਇਕੱਠੇ ਪੁਲਿਸ ਦੀ ਟ੍ਰੇਨਿੰਗ ਪਾਸ ਕੀਤੀ ਸੀ ਅਤੇ ਫਿਰ ਉਹ ਆਪਣੇ ਸ਼ਹਿਰ ਚਲੀ ਆਈ ਅਤੇ ਮੈਂ ਆਪਣੇ ਸਹੁਰੇ ਚਲੀ ਗਈ। ਜਦੋਂ ਮੈਂ ਉਸ ਨੂੰ ਮਿਲਣ ਗਈ ਤਾਂ ਉਹ ਇੱਕ ਕੇਸ ਨੂੰ ਦੇਖ ਰਹੀ ਸੀ। ਜਦੋਂ ਮੈਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਕਾਸਗੰਜ ਪਿੰਡ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ, ਉੱਥੇ ਇੱਕ ਅਜੀਬ ਘਟਨਾ ਸੁਣਨ ਨੂੰ ਮਿਲ ਰਹੀ। ਇਹ ਸੁਣ ਕੇ ਮੈਨੂੰ ਯਕੀਨ ਨਹੀਂ ਆਉਂਦਾ, ਪਰ ਯਕੀਨ ਕਰਨਾ ਪੈਂਦਾ ਹੈ। ਪਰ ਕੋਈ ਨਹੀਂ ਜਾਣਦਾ ਕਿ ਕਿਵੇਂ, ਅਤੇ ਅਸੀਂ ਵੀ ਕੋਈ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਸਬੂਤ ਨਹੀਂ ਲੱਭ ਸਕੇ। ਮੈਂ ਆਪਣੀ ਕਈ ਸਾਥੀਆਂ ਨੂੰ ਇਹ ਦੇਖਣ ਲਈ ਭੇਜਿਆ ਕਿ ਉਹ ਕੌਣ ਹੈ, ਪਰ ਉਸ ਦਾ ਚਿਹਰਾ ਹਮੇਸ਼ਾ ਪਰਦੇ ਨਾਲ ਢਕਿਆ ਹੋਇਆ ਹੁੰਦਾ ਹੈ ਅਤੇ ਉਸ ਦੀ ਸ਼ਕਲ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਮੈਂ ਪਿੰਡ ਦੀਆਂ ਔਰਤਾਂ ਨੂੰ ਪੁੱਛਿਆ, ਪਰ ਕੋਈ ਕੁਝ ਨਹੀਂ ਜਾਣਦਾ। ਮੇਰੀ ਟੀਮ ਵੀ ਫੇਲ ਹੋ ਕੇ ਵਾਪਸ ਆ ਗਈ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਮਤਲਬ ਉਹ ਵੀ ਮੇਰੇ ਵਾਂਗ ਹੀ ਸੋਚ ਰਹੀ ਸੀ ਕਿ ਕੁਝ ਨਾ ਕੁਝ ਗਲਤ ਹੈ। ਇੱਕ ਗੱਲ ਮੇਰੇ ਮਨ ਵਿੱਚ ਉਲਝਣ ਦਾ ਕਾਰਨ ਬਣਦੀ ਜਾ ਰਹੀ। ਗੱਲ ਇਹ ਸੀ ਕਿ ਜਦੋਂ ਮੈਂ ਉਸ ਦਿਨ ਉਸ ਨੂੰ ਮਿਲੀ ਤਾਂ ਉਸ ਦਾ ਚਿਹਰਾ ਖੁੱਲ੍ਹਾ ਸੀ, ਉਸਨੇ ਚਿਹਰਾ ਨਹੀਂ ਢਕਿਆ ਸੀ। ਅਚਾਨਕ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਅਸਲ ਵਿੱਚ ਉਹ ਕੋਈ ਦਾਈ ਹੈ ਵੀ ਜਾਂ ਕੋਈ ਔਰਤ ਮੈਨੂੰ ਦਾਈ ਦੇ ਰੂਪ ਵਿੱਚ ਮੂਰਖ ਬਣਾ ਰਹੀ ਹੈ। ਜਦੋਂ ਤੱਕ ਮੈਂ ਸੱਚ ਨਹੀਂ ਜਾਣ ਲੈਂਦੀ, ਮੈਂ ਆਰਾਮ ਨਾਲ ਨਹੀਂ ਬੈਠਾਂਗੀ। ਅਤੇ ਜੋ ਵੀ ਸੀ, ਸਮਾਂ ਆ ਗਿਆ ਸੀ ਉਸ ਦਾ ਸੱਚ ਜਾਣਨ ਦਾ ਕਿ ਉਹ ਅਸਲ ਵਿੱਚ ਕੌਣ ਹੈ। ਪਰ ਪ੍ਰੋਬਲਮ ਇਹ ਸੀ ਕਿ ਮੈਂ ਵਾਪਸ ਆ ਰਹੀ ਸੀ ਅਤੇ ਇਹ ਮੇਰਾ ਇਲਾਕਾ ਵੀ ਨਹੀਂ ਸੀ। ਮੈਂ ਇਸ ਬਾਰੇ ਆਪਣੇ ਦੋਸਤ ਨਾਲ ਚੰਗੀ ਤਰ੍ਹਾਂ ਵਿਚਾਰਾਂ ਵਟਾਂਦਰਾ ਕੀਤਾ ਅਤੇ ਉਸ ਨੂੰ ਕਿਹਾ ਕਿ ਇਸ ਕੇਸ ਨੂੰ ਜਲਦੀ ਹੱਲ ਕਰੇ, ਕਿਉਂਕਿ ਇਸ ਸਭ ਵਿੱਚ ਮੇਰੇ ਪਿੰਡ ਦਾ ਨਾਂ ਬਦਨਾਮ ਹੋ ਰਿਹਾ ਸੀ ਅਤੇ ਇਹ ਮੈਨੂੰ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ। ਮੈਂ ਆਪਣੀ ਸੱਸ ਨਾਲ ਆਪਣੇ ਸ਼ਹਿਰ ਪਰਤ ਆਈ। ਯੋਜਨਾ ਅਨੁਸਾਰ 4 ਦਿਨਾਂ ਬਾਅਦ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਨੂੰ ਕੇਸ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ। ਤੁਸੀਂ ਬੱਚਿਆਂ ਦਾ ਖਿਆਲ ਰੱਖਿਓ। ਮੈਂ ਉਸ ਦਾਈ ਵਾਲੇ ਕੇਸ ਨੂੰ ਆਪਣੇ ਦੋਸਤ ਨਾਲ ਮਿਲ ਕੇ ਹੱਲ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਬਿਨਾਂ ਕਿਸੇ ਨੂੰ ਦੱਸੇ ਚੋਰੀ ਛਿਪੇ ਆਪਣੇ ਸ਼ਹਿਰ ਆ ਗਈ। ਮੈਂ ਇਸ ਬਾਰੇ ਆਪਣੀ ਮਾਂ ਅਤੇ ਭੈਣਾਂ ਨੂੰ ਵੀ ਨਹੀਂ ਦੱਸਿਆ ਕਿ ਮੈਂ ਦੁਬਾਰਾ ਇੱਥੇ ਆਈ ਹਾਂ। ਅਗਲੇ ਦਿਨ ਮੈਂ ਅਤੇ ਮੇਰੀ ਦੋਸਤ ਨੇ ਬੁਰਕੇ ਪਾਏ ਅਤੇ ਆਪਣਾ ਰੂਪ ਬਦਲ ਕੇ ਪਿੰਡ ਲਈ ਰਵਾਨਾ ਹੋ ਗਏ। ਮੇਰੀ ਸਹੇਲੀ ਮੇਰੀ ਸੱਸ ਬਣ ਗਈ। ਅਸੀਂ ਬੁਰਕੇ ਪਹਿਨੇ ਹੋਏ ਸਨ, ਇਸ ਲਈ ਕੋਈ ਡਰ ਨਹੀਂ ਸੀ ਕਿ ਕੋਈ ਸਾਨੂੰ ਪਛਾਣ ਲਵੇਗਾ। ਜਦੋਂ ਅਸੀਂ ਅੰਦਰ ਗਏ ਤਾਂ ਮੈਂ ਉਸ ਔਰਤ ਨੂੰ ਦੇਖ ਕੇ ਹੈਰਾਨ ਰਹਿ ਗਈ ਜੋ ਉਸ ਸਮੇਂ ਮੈਨੂੰ ਦਾਈ ਵਜੋਂ ਮਿਲੀ ਸੀ। ਉਹ ਇਸ ਸਮੇਂ ਇੱਕ ਔਰਤ ਨੂੰ ਅਸਲੀ ਦਾਈ ਕੋਲ ਭੇਜ ਰਹੀ ਸੀ। ਮੈਨੂੰ ਉਸ ਪਰਦੇ ਵਾਲੀ ਦਾਈ ਨੂੰ ਦੇਖ ਕੇ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਉਸ ਦੀ ਆਵਾਜ਼ ਮੈਨੂੰ ਕੁਝ ਜਾਣੀ ਪਛਾਣੀ ਲੱਗ ਰਹੀ ਸੀ, ਪਰ ਧਿਆਨ ਨਾਲ ਸੁਣਨ ਦੇ ਬਾਵਜੂਦ ਮੈਨੂੰ ਯਾਦ ਨਹੀਂ ਸੀ ਕਿ ਇਹ ਆਵਾਜ਼ ਕਿੱਥੇ ਸੁਣੀ। ਮੈਂ ਆਪਣੀ ਦੋਸਤ ਨੂੰ ਸਲਾਹ ਦਿੱਤੀ ਕਿ ਉਹ ਇਸ ਦਾਈ ਦੇ ਪਿੱਛੇ ਲੱਗ ਕੇ ਪਤਾ ਲਗਾਵੇ। ਮੈਂ ਆਪਣੇ ਸ਼ੱਕ ਦੀ ਤਸਦੀਕ ਕਰਨਾ ਚਾਹੁੰਦੀ ਸੀ। ਸ਼ਾਮ ਨੂੰ 4 ਵਜੇ ਦਾਈ ਨੇ ਕਮਰਾ ਬੰਦ ਕਰ ਦਿੱਤਾ ਅਤੇ ਉਸ ਸਮੇਂ ਇੱਕ ਕਾਰ ਉਸ ਨੂੰ ਲੈਣ ਲਈ ਆਈ। ਇਹ ਦੇਖ ਕੇ ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਮੇਰੀ ਦੋਸਤ ਕਹਿਣ ਲੱਗੀ, ਦੇਖਿਆ, ਮੈਂ ਕਿਹਾ ਸੀ ਕਿ ਇਹ ਕੋਈ ਫਰਾਡ ਕਰਦੀ ਹੈ। ਇੱਕ ਆਮ ਆਦਮੀ ਜਿਹੀ ਆਲੀਸ਼ਾਨ ਕਾਰ ਖਰੀਦਣ ਬਾਰੇ ਸੋਚ ਵੀ ਨਹੀਂ ਸਕਦੀ। ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਅਤੇ ਮੈਂ ਬਿਮਾਰ ਮਹਿਸੂਸ ਕਰ ਰਹੀ ਸੀ। ਚੱਕਰ ਆਉਣ ਕਾਰਨ ਮੇਰੀ ਦੋਸਤ ਮੈਨੂੰ ਜਲਦੀ ਹਸਪਤਾਲ ਲੈ ਗਈ। ਮੈਨੂੰ ਅਚਾਨਕ ਇਹ ਖਿਆਲ ਆਇਆ ਤਾਂ ਮੈਂ ਪੁੱਛਿਆ, ਡਾਕਟਰ ਜੀ, ਮੇਰੇ ਬੱਚੇ ਦਾ ਲਿੰਗ ਕੀ ਹੈ, ਲੜਕਾ ਜਾਂ ਲੜਕੀ? ਉਹ ਕਹਿਣ ਲੱਗਾ ਕਿ ਇਹ ਮੁੰਡਾ ਹੈ। ਇਹ ਸੁਣ ਕੇ ਮੈਂ ਬਹੁਤ ਘਬਰਾ ਗਈ। ਪਤਾ ਨਹੀਂ ਪਹਿਲਾਂ ਹੀ ਮੁੰਡਾ ਸੀ ਜਾਂ ਸੱਚਮੁੱਚ ਗੋਦੀ ਵਿੱਚ ਬੈਠ ਕੇ ਲਿੰਗ ਬਦਲ ਗਿਆ ਸੀ। ਜਦੋਂ ਮੈਂ ਪੁੱਛਿਆ ਤਾਂ ਡਾਕਟਰ ਨੇ ਕਿਹਾ, ਜੇਕਰ ਤੁਸੀਂ 1 ਮਹੀਨਾ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲਿਆ ਹੁੰਦਾ ਤਾਂ ਵੀ ਮੈਂ ਇਹੀ ਕਹਿੰਦੀ ਕਿ ਇਹ ਲੜਕਾ ਹੈ, ਕਿਉਂਕਿ ਬੱਚੇ ਦਾ ਲਿੰਗ ਕਈ ਮਹੀਨਿਆਂ ਤੋਂ ਆ ਜਾਂਦਾ ਹੈ। ਜਦੋਂ ਮੇਰੀ ਸਹੇਲੀ ਨੇ ਮੈਨੂੰ
ਇਸ ਤਰ੍ਹਾਂ ਪਰੇਸ਼ਾਨ ਦੇਖਿਆ ਤਾਂ ਉਹ ਕਹਿਣ ਲੱਗੀ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਇਸ ਮਾਮਲੇ ਦੀ ਖੁਦ ਜਾਂਚ ਕਰ ਲਵਾਂਗੀ। ਜੇ ਤੁਹਾਡੀ ਤਬੀਅਤ ਖਰਾਬ ਹੈ ਤਾਂ ਤੁਸੀਂ ਆਰਾਮ ਕਰੋ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਮੈਂ ਉਸ ਨੂੰ ਕਿਹਾ, ਤੁਸੀਂ ਮੈਨੂੰ ਇਕੱਲਾ ਛੱਡ ਦਿਓ, ਤੁਸੀਂ ਆਪਣੇ ਘਰ ਜਾਓ, ਮੈਂ ਆਪਣੇ ਭਰਾ ਨੂੰ ਬੁਲਾ ਕੇ ਘਰ ਚਲੀ ਜਾਵਾਂਗੀ। ਉਹ ਵਿਚਾਰੀ ਹੈਰਾਨ ਪਰੇਸ਼ਾਨ ਹੋ ਕੇ ਚਲੀ ਗਈ। ਉਹ ਮੇਰੇ ਅਜੀਬ ਰਵੱਈਏ ਨੂੰ ਸਮਝ ਨਹੀਂ ਸਕੀ। ਹੁਣ ਮੈਂ ਉਸ ਨੂੰ ਕੀ ਦੱਸਾਂ ਕਿ ਮੈਨੂੰ ਕੀ ਪਤਾ ਲੱਗ ਗਿਆ ਹੈ ਕਿ ਉਹ ਦਾਈ ਕੌਣ ਹੈ। ਜਿਸ ਦਾਈ ਨੂੰ ਅਸੀਂ ਅੱਜ ਪਰਦੇ ਵਿੱਚ ਦੇਖਿਆ ਸੀ ਉਹ ਕੋਈ ਹੋਰ ਨਹੀਂ ਸਗੋਂ ਮੇਰੀ ਆਪਣੀ ਮਾਂ ਸੀ। ਮੈਂ ਉਸ ਦੀ ਆਵਾਜ਼ ਸੁਣ ਕੇ ਦੰਗ ਰਹਿ ਗਈ। ਮੈਨੂੰ ਸ਼ੱਕ ਤਾਂ ਹੋ ਗਿਆ ਸੀ, ਪਰ ਜਦੋਂ ਮੈਂ ਉਸ ਕਾਰ ਨੂੰ ਦੇਖਿਆ ਤਾਂ ਇੰਜ ਲੱਗਿਆ ਜਿਵੇਂ ਮੇਰੇ ਸਿਰ ਤੇ ਅਸਮਾਨ ਫਟ ਗਿਆ ਹੋਵੇ। ਉਹ ਕਾਰ ਮੇਰੇ ਭਰਾ ਦੀ ਸੀ, ਉਹੀ ਮੇਰੀ ਮਾਂ ਨੂੰ ਲੈਣ ਆਇਆ ਹੋਇਆ ਸੀ। ਇਹ ਸਭ ਦੇਖ ਕੇ ਵੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਮਾਂ ਕੀ ਕਰ ਰਹੀ ਹੈ। ਮੇਰੀਆਂ ਭੈਣਾਂ ਨੇ ਵੀ ਮੈਨੂੰ ਝੂਠ ਬੋਲਿਆ ਕਿ ਕੀ ਰਿਪੋਰਟ ਵਿੱਚ ਬੇਟੀ ਹੈ। ਪਤਾ ਨਹੀਂ ਕਿਉਂ ਇਹਨਾਂ ਸਾਰਿਆਂ ਨੇ ਮਿਲ ਕੇ ਮੈਨੂੰ ਧੋਖਾ ਦਿੱਤਾ। ਮੈਂ ਟੈਕਸੀ ਬੁਲਾਈ ਅਤੇ ਮਾਂ ਦੇ ਘਰ ਵੱਲ ਚੱਲ ਪਈ। ਹੁਣ ਉੱਥੇ ਹੀ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਕਿ ਸਾਰਾ ਚੱਕਰ ਕੀ ਹੈ ਅਤੇ ਇਹ ਗੇਮ ਕਿਉਂ ਖੇਡੀ ਜਾ ਰਹੀ ਹੈ। ਜਦੋਂ ਮੈਂ ਘਰ ਗਈ ਤਾਂ ਸਾਰੇ ਮੈਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੂੰ ਉਮੀਦ ਨਹੀਂ ਸੀ ਕਿ ਮੈਂ 2-4 ਦਿਨਾਂ ਬਾਅਦ ਹੀ ਵਾਪਸ ਆ ਜਾਵਾਂਗੀ। ਮੇਰੀ ਭੈਣ ਘਬਰਾ ਗਈ ਤੇ ਅੱਗੇ ਆ ਕੇ ਕਹਿਣ ਲੱਗੀ, ਭੈਣ ਮਾਮਲਾ ਕੀ ਹੈ? ਇਸ ਸਮੇਂ ਤੁਸੀਂ ਇੱਥੇ ਸਭ ਕੁਝ ਠੀਕ ਹੈ ਨਾ? ਮੈਂ ਆਪਣੀ ਭੈਣ ਦੇ ਮੂੰਹੋਂ ਤੇ ਥੱਪੜ ਮਾਰਿਆ ਅਤੇ ਕਿਹਾ ਕਿ ਇਹ ਠੀਕ ਹੈ। ਹੁਣ ਤੁਸੀਂ ਲੋਕ ਹੀ ਦੱਸੋਗੇ ਕਿ ਇਹ ਸਾਰਾ ਡਰਾਮਾ ਕੀ ਹੈ। ਹਰ ਕੋਈ ਹੈਰਾਨ ਰਹਿ ਗਿਆ। ਉਸ ਨੇ ਚੀਕ ਕੇ ਕਿਹਾ ਕਿ ਤੁਸੀਂ ਮੈਨੂੰ ਕਿਉਂ ਮਾਰਿਆ। ਮੈਂ ਉਸ ਦੇ ਸਾਹਮਣੇ ਆਪਣੀ ਮੌਜੂਦਾ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਇਹ ਮੇਰੀ ਅਸਲੀ ਰਿਪੋਰਟ ਹੈ। ਤੁਸੀਂ ਮੇਰੀ ਝੂਠੀ ਰਿਪੋਰਟ ਕਿਉਂ ਬਣਾਈ? ਫਿਰ ਮੈਂ ਆਪਣੀ ਮਾਂ ਵੱਲ ਮੁੜੀ ਅਤੇ ਕਿਹਾ, ਮਾਂ ਤੁਸੀਂ ਦਾਈ ਦਾ ਭੇਸ਼ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਹਰ ਕਿਸੇ ਦਾ ਰੰਗ ਉੱਡ ਗਿਆ। ਮੈਂ ਕਿਹਾ, ਮੈਂ ਸਾਰੀ ਸੱਚਾਈ ਸੁਣਨਾ ਚਾਹੁੰਦੀ ਹਾਂ, ਨਹੀਂ ਤਾਂ ਹੁਣੇ ਪੁਲਿਸ ਨੂੰ ਬੁਲਾ ਕੇ ਸਭ ਕੁਝ ਦੱਸ ਦੇਵਾਂਗੀ। ਮਾਂ ਚੀਕ ਕੇ ਕਹਿਣ ਲੱਗੀ, ਤੁਸੀਂ ਤਾਂ ਵਿਆਹ ਕਰਵਾ ਕੇ ਚਲੇ ਗਏ। ਕੀ ਤੁਸੀਂ ਜਾਣਦੇ ਹੋ ਕਿ ਅਸੀਂ ਆਪਣਾ ਸਮਾਂ ਕਿਵੇਂ ਬਿਤਾਇਆ? ਸਭ ਕੁਝ ਵੇਚ ਕੇ ਧੀਆਂ ਨੂੰ ਡਾਕਟਰ ਬਣਾਇਆ। ਸੋਚਿਆ ਸੀ ਕਿ ਜੇਕਰ ਬੇਟੀਆਂ ਡਾਕਟਰ ਬਣ ਗਈਆਂ ਤਾਂ ਪੈਸੇ ਹੀ ਪੈਸੇ ਹੋ ਜਾਣਗੇ, ਸਾਡੇ ਦਿਨ ਸਵਰ ਜਾਣਗੇ। ਪਰ ਕੀ ਹੋਇਆ? ਲੱਖਾਂ ਕਰੋੜਾਂ ਰੁਪਏ ਖਰਚ ਕੇ ਵੀ ਮੇਰੀਆਂ ਧੀਆਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲੀਆਂ। ਮੈਂ ਸੋਚਿਆ ਸੀ ਕਿ ਲੱਖਾਂ ਦੀ ਤਨਖਾਹ ਹੋਵੇਗੀ, ਪਰ 40-50 ਹਜ਼ਾਰ ਤੋਂ ਵੱਧ ਦੀ ਨੌਕਰੀ ਕਿਤੇ ਵੀ ਨਹੀਂ ਮਿਲ ਰਹੀ ਸੀ। ਅਸੀਂ ਭੁੱਖੇ ਮਰ ਰਹੇ ਸੀ। ਤਾਂ ਸੋਚਿਆ ਕਿ ਜੇਕਰ ਦੌਲਤ ਸਿੱਧੇ ਰਸਤੇ ਨਹੀਂ ਆ ਰਹੀ ਤਾਂ ਟੇਢੇ ਰਸਤੇ ਨਾਲ ਹੀ ਸਹੀ। ਇਸੇ ਲਈ ਮੈਂ ਤੁਹਾਡੇ ਪਿਤਾ ਦਾ ਸਟੋਰ ਵੇਚ ਕੇ ਕਲੀਨਿਕ ਬਣਾ ਲਿਆ। ਉਨੀ ਦਿਨੀ ਮੈਂ ਪਿੰਡ ਵਿੱਚ ਇਹ ਅਫਵਾਹ ਫੈਲਾ ਦਿੱਤੀ ਸੀ ਕਿ ਮੈਂ ਅਜਿਹੀ ਦਾਈ ਹਾਂ ਜਿਸ ਦੀ ਗੋਦ ਵਿੱਚ ਬੈਠ ਕੇ ਕੁੜੀ ਮੁੰਡਾ ਬਣ ਜਾਂਦੀ। ਇਸੇ ਤਰ੍ਹਾਂ ਔਰਤਾਂ ਦੀਆਂ ਕਤਾਰਾਂ ਲੱਗਣ ਲੱਗੀਆਂ ਅਤੇ ਉਹਨਾਂ ਨੂੰ ਅਲਟਰਾਸਾਊਂਡ ਲਈ ਆਪਣੀਆਂ ਧੀਆਂ ਦੇ ਕਲੀਨਿਕ ਵਿੱਚ ਭੇਜ ਦਿੰਦੀ ਸੀ। ਜਿਨ੍ਹਾਂ ਦੇ ਪਹਿਲਾਂ ਹੀ ਪੁੱਤਰ ਹੁੰਦਾ ਸੀ ਉਹ ਉਸ ਨੂੰ ਹੀ ਮੇਰੀ ਗੋਦੀ ਵਿੱਚ ਬੈਠਣ ਲਈ ਕਹਿੰਦੀ ਸੀ, ਕਿਉਂਕਿ ਮੇਰੀ ਧੀ ਉਸ ਨੂੰ ਝੂਠ ਬੋਲਦੀ ਸੀ ਕਿ ਤੁਹਾਡੀ ਇੱਕ ਕੁੜੀ ਹੈ। ਉਹ ਮੁੜ ਕੇ ਮੇਰੇ ਕੋਲ ਫੇਰ ਆ ਜਾਂਦੀ ਜਿਸ ਦੀ ਰਿਪੋਰਟ ਵਿੱਚ ਬੇਟੀ ਹੁੰਦੀ। ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲ ਦਿੰਦੀ ਸੀ। ਸਾਡਾ ਇਹ ਕੰਮ ਵਧੀਆ ਚੱਲ ਰਿਹਾ ਸੀ। ਪਿਛਲੇ 3 ਸਾਲਾਂ 'ਚ ਭਾਰੀ ਮੁਨਾਫਾ ਹੋਇਆ। ਮੈਂ ਸਾਰੀਆਂ ਆਉਣ ਵਾਲੀਆਂ ਔਰਤਾਂ ਨੂੰ ਡਿਲੀਵਰੀ ਲਈ ਆਪਣੇ ਹੀ ਕਲੀਨਿਕ ਤੇ ਭੇਜ ਦਿੰਦੀ ਸੀ। ਮੈਂ ਆਪਣਾ ਮੂੰਹ ਪਰਦੇ ਨਾਲ ਢਕਿਆ ਹੋਇਆ ਸੀ, ਇਸ ਲਈ ਮੈਨੂੰ ਉਮੀਦ ਸੀ ਕਿ ਕੋਈ ਮੈਨੂੰ ਨਹੀਂ ਪਛਾਣੇਗਾ। ਮੈਂ ਤੁਹਾਡੇ ਨਾਲ ਇਹ ਡਰਾਮਾ ਇਸ ਕਰਕੇ ਕੀਤਾ ਸੀ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ। ਤੁਹਾਡੇ ਅਲਟਰਾਸਾਊਂਡ ਵਿੱਚ ਇੱਕ ਮੁੰਡਾ ਹੀ ਸੀ, ਪਰ ਜਾਣ ਬੁੱਝ ਕੇ ਕੁੜੀ ਕਹਿ ਦਿੱਤੀ ਤਾਂ ਜੋ ਤੁਸੀਂ ਵੀ ਮੁੜ ਕੇ ਦਾਈ ਕੋਲ ਜਾਓ। ਮੈਂ ਆਪਣੀ ਥਾਂ ਕਿਸੇ ਹੋਰ ਨੂੰ ਬਿਠਾਇਆ। ਮਕਸਦ ਇਹ ਸੀ ਕਿ ਜਦੋਂ ਤੁਹਾਡੇ ਪੁੱਤਰ ਨੇ ਜਨਮ ਲਿਆ ਤਾਂ ਤੁਹਾਨੂੰ ਵੀ ਯਕੀਨ ਹੋ ਜਾਵੇ ਅਤੇ ਤੁਸੀਂ ਵੀ ਇਸ ਗੱਲ ਨੂੰ ਸਵੀਕਾਰ ਕਰੋ ਅਤੇ ਇਸ ਨੂੰ ਝੂਠ ਸਾਬਤ ਕਰਨ ਲਈ ਦੁਬਾਰਾ ਨਹੀਂ ਆਓ। ਅਸੀਂ ਜੋ ਵੀ ਕੀਤਾ ਪੈਸੇ ਲਈ ਹੀ ਕੀਤਾ। ਮੈਂ ਦੁਖੀ ਹੋ ਕੇ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ। ਦਾਈ ਵਰਗੇ ਮਹਾਨ ਕਿੱਤੇ ਦੀ ਵਰਤੋਂ ਕਰਕੇ ਤੁਸੀਂ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਪੁਲਿਸ ਜਲਦੀ ਹੀ ਤੁਹਾਨੂੰ ਫੜ ਲਵੇਗੀ। ਮੈਂ ਆਪਣੀ ਪੁਲਿਸ ਅਫਸਰ ਦੋਸਤ ਨੂੰ ਤੁਹਾਡੀ ਸੱਚਾਈ ਨਹੀਂ ਦੱਸੀ। ਕਿਸੇ ਨੂੰ ਕੁਝ ਨਾ ਦੱਸਣ ਲਈ ਮਾਂ ਮੇਰੇ ਪੈਰੀ ਪੈ ਗਈ। ਮੈਂ ਸਭ ਕੁਝ ਛੱਡ ਦੇਵਾਂਗੀ
ਹੁਣ ਅਜਿਹਾ ਕੁਝ ਨਹੀਂ ਕਰਾਂਗੀ। ਮੇਰੀ ਭੈਣ ਵੀ ਉੱਚੀ ਉੱਚੀ ਰੋਂਦੀ ਹੋਈ ਮੇਰੇ ਤੋਂ ਮਾਫੀ ਮੰਗਣ ਲੱਗੀ। ਮੈਂ ਕਿਹਾ, ਮਾਫੀ ਸਿਰਫ ਇੱਕ ਹੀ ਸ਼ਰਤ ਤੇ ਮਿਲੇਗੀ ਕਿ ਜੋ ਪੈਸੇ ਲਏ ਗਏ ਹਨ ਅਨਾਥ ਆਸ਼ਰਮ ਵਿੱਚ ਗਰੀਬਾਂ ਨੂੰ ਜਮ੍ਹਾਂ ਕਰਵਾਓ ਅਤੇ ਸ਼ੁਰੂ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੋ। ਹੁਣ ਵੀ ਜੇਕਰ ਤੁਸੀਂ ਕਿਸੇ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਖੁਦ ਸਾਰਿਆਂ ਨੂੰ ਗ੍ਰਿਫਤਾਰ ਕਰ ਲਵਾਂਗੀ। ਮੇਰੇ ਪਰਿਵਾਰਕ ਮੈਂਬਰਾਂ ਨੇ ਵੀ ਅਜਿਹਾ ਹੀ ਕੀਤਾ। ਸਾਰੇ ਪੈਸੇ ਗਰੀਬਾਂ ਵਿੱਚ ਵੰਡ ਦਿੱਤੇ ਅਤੇ ਮੈਂ ਮੁੜ ਆਪਣੇ ਸ਼ਹਿਰ ਆ ਗਈ। ਪੁੱਤ ਦੇ ਪਿੱਛੇ ਔਰਤਾਂ ਵੀ ਅੰਨੀਆਂ ਹੋ ਜਾਂਦੀਆਂ ਹਨ, ਧੀਆਂ ਵੀ ਘਰ ਦਾ ਚਿਰਾਗ ਹੁੰਦੀਆਂ ਹਨ। ਧੀਆਂ ਪੁੱਤਾਂ ਵਿੱਚ ਫਰਕ ਨਾ ਕਰੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।